ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਜਪਾ ਨੂੰ ਪੁੱਠੀ ਪੈਣ ਲੱਗੀ ਬਾਜੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨੀ ਦੇ ਮੁੱਦੇ ਤੇ ਜਿਹੜੇ ਹੈਗਾ ਪਹਿਲੀ ਵਾਰ ਚੁੱਪੀ ਤੋੜਦਿਆਂ ਇਹ ਗੱਲ ਕਹੀ ਹੈ ਵੀ ਕਿ ਉਹ ਉਸੇ ਤਜਵੀਜ਼ 'ਤੇ ਖੜੇ ਨੇ ਜੋ ਕਿ ਉਹਨਾਂ ਨੇ ਕਿਸਾਨਾਂ ਨੂੰ ਦਿੱਤੀ ਸੀ। ਇਸ ਤੋਂ ਪਹਿਲਾਂ ਹੁਣ ਤੱਕ ਪ੍ਰਧਾਨ ਮੰਤਰੀ ਇਹ ਖੇਤੀ ਕਾਨੂੰਨਾਂ ਦਾ ਗੁਣਗਾਨ ਹੀ ਕਰਦੇ ਆਏ ਨੇ, ਪਰ ਉਹਨਾਂ ਨੇ ਜਦੋਂ ਕਿਸਾਨੀ ਇੱਕ ਵੱਡੇ ਸੰਕਟ 'ਚੋਂ ਇਹ ਸੰਘਰਸ਼ ਨਿਕਲ ਕੇ ਮੁੜ ਪੈਰਾਂ 'ਤੇ ਖੜਾ ਹੋਣ ਲੱਗਿਆ, ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਵੀ ਕਿ ਅਸੀਂ ਜਿਹੜੀ ਕਿਸਾਨਾਂ ਨੂੰ ਇਹ ਤਜਵੀਜ਼ ਦਿੱਤੀ ਸੀ ਉਸ 'ਤੇ ਖੜੇ ਹਾਂ ਅਤੇ ਉਸ 'ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਤੁਸੀਂ ਇਹ ਸਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਤੋਂ ਇਹ ਕਿਸਾਨ ਘੋਲ ਚੱਲਿਆ ਹੈਗਾ, ਜੇ ਆਪਾਂ ਇਸ ਪੂਰੇ ਕਿਸਾਨ ਘੋਲ ਦੀ ਜਦੋਂ ਪੰਜਾਬ ਤੋਂ ਸ਼ੁਰੂ ਹੋਇਆ ਸੀ ਔਰ ਦਿੱਲੀ ਤੱਕ ਪਹੁੰਚਿਆ, ਜੇ ਆਪਾਂ ਇਹਦੇ ਟੋਟਲ ਇਤਿਹਾਸ ਦੇਖ ਲਈਏ 64-65 ਦਿਨਾਂ ਦਾ, ਤਾਂ ਸਾਨੂੰ ਕਿਸੇ ਵੀ ਵਰਕੇ 'ਤੇ ਇਸ ਕਿਸਮ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਦੇ ਮੁੱਦੇ 'ਤੇ ਬੋਲੇ ਹੋਣ। ਤਾਂ ਇਹ ਪਹਿਲੀ ਵਾਰ ਹੋਇਆ ਕਿਸਾਨ ਘੋਲ ਦੇ ਦੌਰਾਨ ਕਿ ਪ੍ਰਧਾਨ ਮੰਤਰੀ ਨੇ ਆਪਣੀ ਜਿਹੜੀ ਚੁੱਪ ਹੈ ਉਹ ਤੋੜੀ ਹੈ। ਇਹ ਨਹੀਂ ਕਿ ਖੇਤੀ ਕਾਨੂੰਨਾਂ 'ਤੇ ਨਹੀਂ ਬੋਲੇ, ਉਹ ਪਹਿਲਾਂ ਵੀ ਬੋਲਦੇ ਰਹੇ ਨੇ। ਉਹਨਾਂ ਨੇ ਮਨ ਕੀ ਬਾਤ ਵੀ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਰੱਖੀ ਸੀ ਆਪਣੀ ਗੱਲ ਉਹਦੇ 'ਚ, ਤਾਂ ਹਮੇਸ਼ਾ ਹੀ ਉਹਦਾ ਪੱਖ ਪੂਰਦੇ ਨੇ। ਖੇਤੀ ਕਾਨੂੰਨਾਂ ਦੀ ਜਿਹੜੀ ਹਮਾਇਤ ਹੈ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਰਦੇ ਰਹੇ ਨੇ। ਔਰ ਪਹਿਲੀ ਦਫਾ ਹੋਇਆ ਕੱਲ੍ਹ ਕਿ ਜਦੋਂ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ ਬਜਟ ਸੈਸ਼ਨ ਨੂੰ ਲੈ ਕੇ, ਤਾਂ ਉਹਦੇ ਵਿੱਚ ਆਪੋਜੀਸ਼ਨ ਨੇ ਖੇਤੀ ਕਾਨੂੰਨਾਂ ਦਾ ਮਾਮਲਾ ਜਿਹੜਾ ਉਜਾਗਰ ਕੀਤਾ ਸੀ, ਉਠਾਇਆ ਸੀਗਾ। ਤਾਂ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਤੋਮਰ ਹੋਰਾਂ ਨੇ ਜਿਹੜੀ 22 ਜਨਵਰੀ ਦੀ ਮੀਟਿੰਗ ਦੇ ਵਿੱਚ ਜਿਹੜੀ ਆਫਰ ਦਿੱਤੀ ਹੈ ਕਿਸਾਨਾਂ ਨੂੰ, ਉਸ ਆਫਰ 'ਤੇ ਅਸੀਂ ਅੱਜ ਵੀ ਸਟੈਂਡ ਕਰਦੇ ਹਾਂ। ਔਰ ਕਿਸਾਨ ਹੈ ਜਿਹੜੇ ਉਹ ਇੱਕ ਫੋਨ ਕਾਲ ਕਰਕੇ ਸਾਡੇ ਖੇਤੀ ਮੰਤਰੀ ਤੋਮਰ ਸਾਹਿਬ ਨੂੰ ਬੁਲਾ ਸਕਦੇ ਆ ਅਗਲੀ ਗੱਲਬਾਤ ਲਈ। ਚਾਹੇ ਇਹਨਾਂ ਨੇ ਉਹਦੇ ਆਪੋਜੀਸ਼ਨ ਦੇ ਇੱਕ ਜਵਾਬ ਦੇ ਵਿੱਚ ਕਿਹਾ, ਪਰ ਪ੍ਰਧਾਨ ਮੰਤਰੀ ਦਾ ਇਸ ਮਾਮਲੇ 'ਤੇ ਮੂੰਹ ਖੋਲ੍ਹਣਾ ਔਰ ਬੋਲਣਾ ਉਹ ਕੋਈ ਸਹਿਜ ਨਹੀਂ ਹੈਗਾ। ਇਹਦੇ ਬੜੇ ਡੂੰਘੇ ਮਾਣੇ ਨੇ, ਖਾਸ ਕਰਕੇ ਉਦੋਂ ਕਿ ਜਦੋਂ ਬੀਜੇਪੀ 26 ਜਨਵਰੀ ਦੇ ਪ੍ਰੋਗਰਾਮਾਂ ਤੋਂ ਬਾਅਦ, ਕਿਸਾਨ ਪਰੇਡ ਤੋਂ ਬਾਅਦ, ਦਿੱਲੀ ਦੇ ਵਿੱਚ ਜੋ ਕੁਝ ਹੋਇਆ ਉਹ ਸਾਰੇ ਘਟਨਾਕ੍ਰਮ ਤੋਂ ਬਾਅਦ ਇਸ ਕਿਸਮ ਦਾ ਪ੍ਰਧਾਨ ਮੰਤਰੀ ਆਪਣਾ ਪੱਖ ਰੱਖਦੇ। ਉਸ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਮਨ ਕੀ ਬਾਤ ਦੇ ਵਿੱਚ 26 ਜਨਵਰੀ ਦੀ ਘਟਨਾ ਦਾ ਜਿਹੜਾ ਮੋੜ ਹੈ ਅੱਜ ਜ਼ਿਕਰ ਕੀਤਾ ਹੈ, ਪਰ ਖੇਤੀ ਕਾਨੂੰਨਾਂ 'ਤੇ ਬਹੁਤਾ ਨਹੀਂ ਬੋਲੇ। ਪਰ ਉਹਨਾਂ ਨੇ ਇਹ ਕਿਹਾ ਕਿ ਖੇਤੀਬਾੜੀ ਨੂੰ ਆਧੁਨਿਕ ਲੀਹਾਂ 'ਤੇ ਪਾਉਣ ਲਈ ਜਿਹੜੇ ਸਾਡੇ ਯਤਨ ਹੈ, ਕੋਸ਼ਿਸ਼ ਹੈ, ਉਹ ਜਾਰੀ ਰਹਿਣਗੀਆਂ। ਪਰ ਪ੍ਰਧਾਨ ਮੰਤਰੀ ਦਾ ਬੋਲਣਾ ਵੱਡੀ ਗੱਲ ਹੈਗੀ ਹੈ। ਕਿਸਾਨ ਧਿਰਾਂ ਵੀ ਉਸ ਨੂੰ ਬੜੀ ਸੀਰੀਅਸਲੀ ਲੈ ਰਹੀਆਂ ਨੇ ਔਰ ਦੇਖ ਰਹੀਆਂ ਨੇ ਕਿ ਜਿਹੜਾ ਪਿਛਲੇ ਦਿਨਾਂ 'ਤੇ ਕਿਸਾਨ ਹੈ ਜਿਹੜੇ ਬੈਕਫੁੱਟ 'ਤੇ ਆ ਗਏ ਸੀ, ਕਿ ਹੁਣ ਭਾਜਪਾ ਨੂੰ ਇਹ ਜਿਹੜੀ ਬਾਜੀ ਆ ਉਲਟ ਦੀ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦਾ ਅਪਰ ਹੈਂਡ ਰਿਹਾ ਹੈ, ਕਿਸਾਨਾਂ ਦੀ ਤਾਕਤ, ਕਿਸਾਨਾਂ ਦੀ ਜਿਹੜੀ ਯੂਨਿਟੀ ਹੈ ਉਹ ਅੱਗੇ ਵਧੀ ਹੈ, ਅਤੇ ਸਰਕਾਰ ਨੂੰ ਪਿੱਛੇ ਹੋਣਾ ਪਿਆ। 11 ਦੌਰ ਦੀ ਜਿਹੜੀ ਗੱਲਬਾਤ ਹੈ ਉਹ ਚਲਾਉਣੀ ਪਈ ਹੈ। ਤਾਂ ਆਤਿਸ਼, ਹੁਣ ਮੈਨੂੰ ਇਹ ਲੱਗਦਾ ਹੈ ਕਿ ਭਾਜਪਾ ਨੇ ਜਾਂ ਭਾਰਤ ਸਰਕਾਰ ਨੇ ਜਿੰਨੇ ਵੀ ਆਪਣੇ ਪੱਤੇ ਹੈ ਉਹ ਚੱਲ ਲਏ ਸੀ। ਖਾਸ ਕਰਕੇ ਜਿਹੜਾ ਸਿਖਰ ਦਾ ਪੱਤਾ ਹੈ, ਜਿਹਨੂੰ ਅਸੀਂ ਫਿਰਕੂ ਪੱਤਾ ਕਹਿੰਦੇ ਹਾਂ, ਦਿੱਲੀ ਦੀ ਕਿਸਾਨ ਪਰੇਡ ਵਾਲੇ ਦਿਨ ਜੋ ਹੋਇਆ, ਉਸ ਨੂੰ ਰਾਸ਼ਟਰਵਾਦ ਦੀ ਚਾਸਨੀ 'ਚ ਲਪੇਟ ਕੇ ਪੇਸ਼ ਕੀਤਾ ਗਿਆ। ਮੀਡੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਸਰਕਾਰ ਦੀ ਬੋਲੀ ਬੋਲਦਾ ਹੈ, ਉਹਨੂੰ ਵੀ ਇੱਕ ਬੜਾ ਵੱਡਾ ਮੌਕਾ ਮਿਲਿਆ। ਤਿਰੰਗੇ ਦੇ ਅਪਮਾਨ ਦੀ ਗੱਲ ਕੀਤੀ ਗਈ। ਇਹ ਸਭ ਤੋਂ ਵੱਡਾ ਹਥਿਆਰ ਸੀ ਜਿਹੜਾ ਚੱਲਿਆ ਗਿਆ। ਇਸ ਤੋਂ ਪਹਿਲਾਂ ਛੋਟੇ ਛੋਟੇ ਜਿਹੜੇ ਹਥਿਆਰ ਹੈ ਉਹ ਯੂਜ਼ ਕਰ ਲਏ ਸੀ ਭਾਜਪਾ ਨੇ ਜਾਂ ਭਾਰਤ ਸਰਕਾਰ ਨੇ, ਚਾਹੇ ਉਹ ਅੱਤਵਾਦੀ ਕਹਿਣ ਦਾ ਮਾਮਲਾ ਹੋਵੇ ਕਿਸਾਨਾਂ ਨੂੰ, ਚਾਹੇ ਅਰਬਨ ਨਕਸਲ ਕਹਿਣ ਦਾ ਮਸਲਾ ਹੋਵੇ, ਚਾਹੇ ਮਾਓਵਾਦੀ ਹੋਵੇ, ਇਸ ਕਿਸਮ ਦੇ ਯੂਜ਼ ਕਰ ਲਏ ਸੀ। ਪਰ ਇਹ ਉਹਨਾਂ ਦਾ ਅਖੀਰਲਾ ਹਥਿਆਰ ਸੀ। ਹੁਣ ਇਹ ਨਹੀਂ ਕਹਿ ਸਕਦੇ ਕਿ ਇਸ ਤੋਂ ਬਾਅਦ ਬੜੀ ਨਰਮ ਪੈ ਜਾਏਗੀ ਭਾਜਪਾ ਜਾਂ ਕੋਈ ਚਾਲ ਨਹੀਂ ਚੱਲੇਗੀ। ਉਹ ਲਗਾਤਾਰ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਪਰ ਇਹ ਕਿਸਾਨਾਂ ਕੋਲ ਤਾਂ ਅੱਜ ਬਹੁਤ ਕੁਛ ਹੈਗਾ, ਉਹਨਾਂ ਦੇ ਪੱਥੇ 'ਚ ਤਾਂ ਬਹੁਤ ਸਾਰੇ ਹਜੇ ਤੀਰ ਬਚਦੇ ਨੇ। ਵੱਡੀ ਗੱਲ ਹੈ ਕਿ ਇਹ ਠੀਕ ਹੈ ਕਿ ਕਿਸਾਨਾਂ ਦਾ ਅੰਦੋਲਨ ਹੈ ਜਿਹੜਾ 2 ਦਿਨ ਉਹ ਬੜਾ ਟੁੱਟਿਆ ਰਿਹਾ, ਉਹਨਾਂ ਦਾ ਕਿਸਾਨਾਂ ਦਾ ਮਨੋਬਲ ਵੀ ਟੁੱਟਿਆ ਰਿਹਾ। ਪਰ ਹੁਣ ਆ ਜਿਹੜੀ ਗੱਡੀ ਮੁੜ ਲੀਹ 'ਤੇ ਹੈ ਜਿਹੜੀ ਉਹ ਪੈ ਗਈ ਹੈਗੀ ਹੈ। ਇਹ ਸਭ ਕਾਸੇ ਨੂੰ ਜਿੰਨਾ ਵੀ ਕੂੜ ਪ੍ਰਚਾਰ ਸੀ ਭਾਜਪਾ ਸਰਕਾਰ ਦਾ, ਉਸ ਨੂੰ ਜਿਹੜਾ ਸੋਸ਼ਲ ਮੀਡੀਆ 'ਤੇ ਬੜੀ
ਤਕੜੇ ਤਰੀਕੇ ਨਾਲ ਕਾਊਂਟਰ ਕੀਤਾ ਗਿਆ। ਭਾਜਪਾ ਨੂੰ ਪੂਰੀ ਤਰ੍ਹਾਂ ਜਿਹੜਾ ਐਕਸਪੋਜ਼ ਲੋਕਾਂ ਨੇ ਜਾਂ ਕਿਸਾਨਾਂ ਨੇ ਕੀਤਾ ਹੈ ਕਿ ਕਿਸ ਤਰ੍ਹਾਂ ਜਿਹੜੀ 26 ਜਨਵਰੀ ਵਾਲੀਆਂ ਘਟਨਾਵਾਂ ਦੇ ਵਿੱਚ ਕਿਸ ਦਾ ਹੱਥ ਰਿਹਾ, ਕਿਸ ਨੇ ਉਹ ਸਾਜ਼ਿਸ਼ ਘੜੀ ਸੀਗੀ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਹੁਣ ਵੀ ਜਦੋਂ ਦੇਖਿਆ ਅਸੀਂ ਕਿ ਗਾਜੀਪੁਰ ਤੇ ਭੇਜੇ ਇਹਨਾਂ ਨੇ ਬੰਦੇ ਉੱਥੇ ਆਪਣੇ ਯੂਪੀ ਸਰਕਾਰ ਨੇ, ਉੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ, ਉਹਨਾਂ ਨੇ ਆਪਣੇ ਜਿਹੜੇ ਲੱਠਮਾਰ ਹੈ ਜਾਂ ਸਰਕਾਰੀ ਤੰਤਰ ਵੀ ਭੇਜਿਆ, ਨਾਲ ਲੱਠਮਾਰ ਵੀ ਭੇਜੇ, ਜਿਹਦਾ ਕਰਕੇ ਉੱਥੋਂ ਦਾ ਇੱਕ ਭਾਈਚਾਰਾ ਜਿਹੜਾ ਹੈਗਾ, ਇੱਕ ਫਿਰਕਾ, ਉਹਦੇ ਨਾਲ ਸੰਬੰਧ ਜਿਹੜੇ ਕਿਸਾਨ ਹੈ ਉਹ ਵਾਪਸ ਵੀ ਮੋੜ ਦਿੱਤੇ ਗਏ ਸੀਗੇ। ਉਹ ਪੱਛਮੀ ਯੂਪੀ ਨੂੰ ਜਿਹੜੇ ਵਾਪਸ ਚਲੇ ਗਏ ਸੀਗੇ। ਔਰ ਕਿਸਾਨਾਂ ਦਾ ਇੱਕ ਤਬਕਾ ਜਿਹੜਾ ਉੱਥੇ ਮੌਜੂਦ ਸੀਗੀ, ਤਾਂ ਦੱਸਦੇ ਨੇ ਕਿ ਜਿਹੜਾ ਰਾਕੇਸ਼ ਟਕੈਤ ਜੀ ਰੋਏ ਨੇ, ਹੰਝੂ ਆਏ ਉਹਨਾਂ ਦੀ ਅੱਖਾਂ 'ਚ, ਉਹ ਅਸਲ 'ਚ ਭਾਜਪਾ ਦੀ ਜਿਹੜੀ ਚਾਲ ਨੂੰ ਸਮਝ ਗਏ ਸੀ, ਯੋਗੀ ਸਰਕਾਰ ਦੀ ਚਾਲ ਨੂੰ। ਉਹਨਾਂ ਨੂੰ ਲੱਗਦਾ ਸੀ ਕਿ ਇਸ ਘੜੀ ਦੇ ਵਿੱਚ ਇੱਕ ਤਬਕੇ ਦੇ ਜਿਹੜੇ ਕਿਸਾਨ ਹੈ ਉਹ ਇੱਥੇ ਬੈਠੇ ਨੇ, ਇੱਕ ਤਬਕਾ ਵਾਪਸ ਭੇਜ ਦਿੱਤਾ ਗਿਆ ਹੈ। ਅਗਰ ਮੈਂ ਅਰੈਸਟ ਹੋਣਾ, ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਸੀ, ਤਾਂ ਉਸ ਤਬਕੇ 'ਤੇ ਇਹ ਜਿਹੜੀ ਲੱਠਮਾਰ ਹੈ ਉਹ ਭਾਰੀ ਪੈਣਗੇ। ਕਿਸੇ ਕਿਸਮ ਦੇ ਕੋਈ ਦੰਗਾ ਫਸਾਦ ਵੀ ਹੈ ਜਿਹੜੇ ਹੋ ਸਕਦੇ ਨੇ। ਇਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਿਹੜਾ ਅਪੀਲ ਹੈ, ਜਿਹੜੀ ਭਾਵੁਕ ਅਪੀਲ ਹੈ, ਉਸ ਮੌਕੇ ਕੀਤੀ ਸੀ, ਜਾਂ ਆਪਣਾ ਫੈਸਲਾ ਅਰੈਸਟ ਹੋਣ ਵਾਲਾ ਉਸ ਨੂੰ ਚੇਂਜ ਕੀਤਾ ਸੀ, ਬਦਲ ਲਿਆ ਸੀਗਾ। ਇੱਕ ਗੱਲ ਇਹ ਵੀ ਸੀ। ਦੂਸਰੀ ਤਰਫ ਆਪਾਂ ਦੇਖਦੇ ਹਾਂ ਕਿ ਸਿੰਘੂ ਦੇ ਵੀ ਜਿਹੜੇ ਹੁੱਲੜਬਾਜ਼ ਭੇਜੇ ਗਏ, ਉਹ ਵੀ ਆਪਣੇ ਆਪ ਨਹੀਂ ਗਏ। ਉਹਨਾਂ ਨੂੰ ਨਾਂ ਦਿੱਤਾ ਗਿਆ ਕਿ ਲੋਕਲ ਜਿਹੜੇ ਵਾਸੀ ਬਸਿੰਦੇ ਨੇ ਦਿੱਲੀ ਦੇ, ਪਰ ਉਹਦੇ ਵਿੱਚ ਵੀ ਐਕਸਪੋਜ਼ ਹੋਏ ਨੇ ਕਿ ਉਹਨਾਂ ਦੀ ਅਗਵਾਈ ਕਰਨ ਵਾਲਾ ਜਿਹੜਾ ਬੰਦਾ ਸੀ ਉਹ ਵੀ ਭਾਜਪਾ ਦਾ ਇੱਕ ਹੈ ਜਿਹੜਾ ਆਗੂ ਨਿਕਲਿਆ। ਕਿਸਾਨਾਂ ਨੇ ਉਸ ਨੂੰ ਵੀ ਐਕਸਪੋਜ਼ ਕੀਤਾ ਹੈਗਾ। ਤਾਂ ਇਸ ਤਰ੍ਹਾਂ ਇੰਟਰਨੈੱਟ ਸੇਵਾਵਾਂ ਬੰਦ ਕਰ ਦੇਣੀਆਂ, ਹੁਣ 31 ਤੱਕ ਬੰਦ ਕੀਤੀਆਂ ਨੇ। ਦੱਸਦੇ ਨੇ ਕਿ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਵਾਈਫਾਈ ਹੈ, ਜਿੱਥੋਂ ਅਜੇ ਕੋਈ ਸਹੂਲਤ ਮਿਲ ਰਹੀ ਹੈ ਕਿਸਾਨਾਂ ਨੂੰ, ਉਸ ਨੂੰ ਵੀ ਬੰਦ ਕਰ ਸਕਦੇ ਨੇ। ਇਸ ਤਰ੍ਹਾਂ ਉਸ ਤੋਂ ਪਹਿਲਾਂ ਆਪਾਂ ਦੇਖਿਆ 26 ਜਨਵਰੀ ਤੋਂ ਪਹਿਲਾਂ ਇੱਥੇ NI ਦੇ ਕੇਂਦਰੀ ਜਿਹੜੀ ਜਾਂਚ ਏਜੰਸੀ ਹੈ ਜਾਂ ਬਿਊਰੋ ਹੈ, ਉਹਦੇ ਨੋਟਿਸ ਭੇਜੇ ਗਏ ਸੀਗੇ। ਉਸ ਤੋਂ ਪਹਿਲਾਂ ਇਨਕਮ ਟੈਕਸ ਨੇ ਜਿਹੜੇ ਛਾਪੇ ਮਾਰੇ ਸੀ। ਹੁਣ ਦਿੱਲੀ ਪੁਲਿਸ ਨੇ 26 ਦੀ ਆੜ ਦੇ ਵਿੱਚ ਬੜੀ ਵੱਡੀ ਪੱਧਰ 'ਤੇ ਅਰੈਸਟਾਂ ਕੀਤੀਆਂ ਨੇ, ਬਹੁਤ ਲੋਕਾਂ 'ਤੇ ਤਸੱਦਦ ਕੀਤਾ। ਉਹਦੀਆਂ ਤਸਵੀਰਾਂ ਵੀ ਮੀਡੀਆ ਦੇ ਵਿੱਚ ਨਸ਼ਰ ਹੋਈਆਂ ਨੇ। ਅਤੇ ਇਹ BJP ਨਾਲੋਂ ਨਾਲ ਜਿਹੜੀਆਂ ਆਪਣੀਆਂ ਚਾਲਾਂ ਵੀ ਚਲਦੀ ਆ ਰਹੀ ਹੈ, ਪ੍ਰੈਸ਼ਰ ਵੀ ਬਿਲਡ ਕਰ ਰਹੀ ਹੈ। ਦੂਸਰੀ ਤਰਫ ਕਿਸਾਨਾਂ ਦਾ ਜਿਹੜਾ ਪ੍ਰੈਸ਼ਰ ਹੈ ਉਹ 2 ਦਿਨਾਂ ਤੋਂ ਮਗਰੋਂ ਉਹ ਬਹਾਲ ਹੋਣਾ ਸ਼ੁਰੂ ਹੋ ਗਿਆ ਸੀਗਾ। ਤੁਸੀਂ ਦੇਖਿਆ ਕਿ ਮੁਜ਼ੱਫਰਨਗਰ ਦੇ ਵਿੱਚ ਨਰੇਸ਼ ਟਕੈਤ ਦੀ ਅਗਵਾਈ ਦੇ ਵਿੱਚ ਜਿਹੜਾ ਉੱਥੋਂ ਦੇ 12-13 ਜ਼ਿਲ੍ਹੇ ਨੇ, ਉਹਨਾਂ ਨੂੰ ਜਿਹਨੂੰ ਜਾਟਲੈਂਡ ਕਿਹਾ ਜਾਂਦਾ ਹੈਗਾ, ਉੱਥੇ ਬਹੁਤ ਵੱਡਾ ਇਕੱਠ ਹੋਇਆ ਹੈ ਔਰ ਉਸਨੇ ਇੱਕ ਬੜਾ ਵੱਡਾ ਬੂਸਟ ਦਿੱਤਾ ਇਸ ਅੰਦੋਲਨ ਨੂੰ। ਉਹਦਾ ਅਸਰ ਹੈ ਜਿਹੜਾ ਸਿੱਧੇ ਤੌਰ 'ਤੇ ਪੰਜਾਬ, ਹਰਿਆਣਾ, ਰਾਜਸਥਾਨ 'ਚ ਵੀ ਦੇਖਣ ਨੂੰ ਮਿਲਿਆ। ਵੈਸੇ ਉਹਦਾ ਇੰਟਰਨੈਸ਼ਨਲ ਲੈਵਲ 'ਤੇ ਬੜਾ ਵੱਡਾ ਪ੍ਰਭਾਵ ਪਿਆ। ਆਪਾਂ ਤਸਵੀਰਾਂ 'ਚ ਦੇਖਿਆ ਕਿ ਕਿੱਡੇ ਵੱਡੇ ਉੱਥੇ ਇਕੱਠ ਹੋਏ ਨੇ ਔਰ ਸਰਕਾਰ ਨੇ ਵੀ, ਭਾਰਤ ਸਰਕਾਰ ਨੇ ਵੀ ਉਸ ਦਾ ਬੜਾ ਨੋਟਿਸ ਲਿਆ। ਰਾਤੋਂ ਰਾਤ ਲੋਕ ਉੱਥੋਂ ਚੱਲੇ ਨੇ। ਇਵੇਂ ਜਿਵੇਂ ਹਰਿਆਣੇ ਵਾਲੇ ਨੇ, ਹਰਿਆਣੇ ਵਾਲੇ ਲੋਕ ਵੀ ਜਿਸ ਦਿਨ ਪਤਾ ਲੱਗਿਆ ਕਿ ਗਾਜੀਪੁਰ ਦੇ ਵਿੱਚ ਇਹ ਘਟਨਾ ਵਾਪਰ ਰਹੀ ਹੈ ਜਾਂ ਜਿਹੜਾ ਸਰਕਾਰੀ ਦਬਾਅ ਹੈ ਉਹ ਵੱਧ ਰਿਹਾ ਹੈ, ਤਾਂ ਹਰਿਆਣਾ ਦੇ ਵਿੱਚੋਂ ਵੀ ਜਿਹੜੀਆਂ ਖਾਪ ਪੰਚਾਇਤਾਂ ਨੇ ਆਪਣਾ ਪ੍ਰੈਸ਼ਰ ਹੈ ਜਿਹੜਾ ਬਿਲਡ ਕੀਤਾ ਸੀਗਾ ਉੱਥੇ। ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਮਹਾਰਾਸ਼ਟਰ 'ਚ ਬਹੁਤ ਵੱਡਾ ਇਕੱਠ ਹੈ ਜਿਹੜਾ ਕਿਸਾਨਾਂ ਦਾ ਹੋ ਚੁੱਕਾ ਹੈ। ਬੰਗਲੌਰ 'ਚ ਭਾਰੀ ਇਕੱਠ ਹੋਇਆ ਹੈ। ਤਾਂ ਇਹ ਅੰਦੋਲਨ ਹੈ ਜਿਹੜਾ ਹੁਣ ਇੱਕ ਇੱਥੋਂ ਤੱਕ ਸੀਮਿਤ ਨਹੀਂ ਰਹਿਣਾ। ਭਾਜਪਾ ਸਰਕਾਰ ਨੂੰ ਇੱਕ ਗੱਲ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਇਸ ਤੋਂ ਬਾਅਦ ਕਿ ਜੋ ਅਸੀਂ ਪੱਤੇ ਖੇਡਣੇ ਸੀ ਉਹ ਖੇਡ ਚੁੱਕੇ ਹਾਂ। ਹੁਣ ਕਿਸਾਨਾਂ ਨੇ ਆਪਣੇ ਜਿਹੜੇ ਪੈਰ ਹੈ ਉਹ ਦੂਰ ਦੂਰ ਤੱਕ ਪਸਾਰਨੇ ਨੇ ਦੂਜੀਆਂ ਸਟੇਟਾਂ ਦੇ 'ਚ। ਦੇਖੋ ਪੋਲੀਟੀਕਲ ਲੋਕ ਬੰਦਾ ਜਿਹੜਾ ਹੈਗਾ, ਲੀਡਰ ਹੈਗਾ, ਉਹਨੂੰ ਉਦੋਂ ਸੱਟ ਵੱਜਦੀ ਜਦੋਂ ਉਹਦੀ ਵੋਟ ਦਾ ਨੁਕਸਾਨ ਹੁੰਦਾ ਹੋਵੇ, ਕਿਉਂਕਿ ਹੁਣ ਯੂਪੀ ਵਾਲੀ ਸੱਟ ਹੈ ਜਿਹੜੀ ਬਹੁਤ ਵੱਡੀ ਹੈ। ਪਹਿਲਾਂ ਯੂਪੀ ਹੈ ਜਿਹੜਾ ਉਹ ਇਸ ਤਰੀਕੇ ਨਾਲ ਉੱਠਿਆ ਨਹੀਂ ਸੀ। ਅੱਜ ਯੂਪੀ ਉੱਠਿਆ ਹੈ, ਨਾਲ ਉੱਤਰਾਖੰਡ ਉੱਠ ਰਿਹਾ ਹੈ। ਐਂ ਨਾਲ ਚੇਟਕ ਹੈ ਜਿਹੜੀ ਵੱਧਦੀ ਜਾਏਗੀ, ਜਿਹਦਾ ਭਾਜਪਾ ਨੂੰ ਡਰ ਹੈਗਾ। ਸੋ ਆਪਾਂ ਗੱਲ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਜਿਹੜੇ ਕਿਉਂ ਬੋਲੇ ਨੇ, ਉਹਦਾ ਇਹ ਇੱਕ ਵੱਡੀ ਵਜ੍ਹਾ ਹੈਗਾ। ਉਹਨਾਂ ਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਜਿਹੜਾ ਅੰਦੋਲਨ ਹੈ ਇੱਕ ਵੱਡੀ ਜਿਹੜੀ ਸ਼ੇਪ ਹੈ ਉਹ ਲੈ ਸਕਦਾ ਹੈ। ਚਰਨਜੀਤ ਜੀ, ਤੁਸੀਂ ਜਿਵੇਂ ਦੱਸਿਆ ਵੀ ਕਿ ਕੇਂਦਰ ਸਰਕਾਰ ਜਿਹੜੀ ਹੈ ਹੁਣ ਇੱਕ ਪਾਸੇ ਤਾਂ ਗੱਲਬਾਤ ਕਰਨ ਲਈ ਤਿਆਰ ਹੋ ਰਹੀ ਹੈ, ਦੂਜੇ ਪਾਸੇ ਇੰਟਰਨੈੱਟ ਸੇਵਾਵਾਂ ਬੰਦ ਕਰਤੀਆਂ, ਵਾਈਫਾਈ ਨੂੰ ਵੀ ਜਿਹੜਾ ਬੰਦ ਕਰਨ ਜਾ ਰਹੀ ਹੈ। ਉਹਦੇ ਨਾਲ ਹੀ ਜਿਹੜਾ ਲੰਘੀ ਰਾਤ ਇਹਨਾਂ ਨੇ 2 ਪੱਤਰਕਾਰਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਜਿਹੜਾ ਹੈਗਾ ਆਪਣਾ ਅੜੀਅਲ ਵਤੀਰਾ ਛੱਡਣ ਲਈ ਤਿਆਰ ਨਹੀਂ ਹੈ। ਇਸ ਵਤੀਰੇ ਨੂੰ ਤੁਸੀਂ ਕਿਵੇਂ ਦੇਖੋ? ਅਸਲ 'ਚ ਸ਼ੁਰੂ 'ਚ ਇਹਨਾਂ ਦੀ ਇੱਕ ਰਣਨੀਤੀ ਹੈਗੀ ਹੈ ਕਿ ਨਾਲ ਦਬਾਅ ਰੱਖਣਾ। ਜੇ ਅਗਰ ਇਹ ਰਣਨੀਤੀ ਇਹ ਨਾ ਘਟਦੇ ਤਾਂ ਅੱਜ ਨੂੰ ਖੇਤੀ ਕਾਨੂੰਨਾਂ ਦੇ ਮਸਲੇ ਦਾ ਕਦੋਂ ਦਾ ਹੱਲ ਹੋ ਜਾਣਾ ਸੀਗਾ। ਜਿਵੇਂ ਅੱਧੀ ਦਰਜਨ ਪੱਤਰਕਾਰਾਂ 'ਤੇ ਜਿਹੜੇ ਰਨੌਂਡ ਪੱਤਰਕਾਰ ਹੈ ਉਹਨਾਂ 'ਤੇ ਪਹਿਲਾਂ ਪਰਚੇ ਦਰਜ ਕੀਤੇ ਗਏ। ਕੱਲ੍ਹ ਮਨਦੀਪ ਔਰ ਧਰਮਿੰਦਰ ਨੂੰ ਜਿਹੜਾ ਹੈਗਾ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਵਿਰੋਧ ਦੇ ਵਿੱਚ ਦਿੱਲੀ ਪੁਲਿਸ ਦੇ ਹੈੱਡਕੁਆਟਰ ਅੱਗੇ ਸਾਰੇ ਪੱਤਰਕਾਰਾਂ ਨੇ ਇਕੱਠੇ ਹੋ ਕੇ ਅੱਜ ਪ੍ਰੋਟੈਸਟ ਵੀ ਕੀਤਾ ਹੈਗਾ।
ਇਵੇਂ ਜਿਵੇਂ ਇੰਟਰਨੈਟ ਸੇਵਾਵਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਇਵੇਂ ਜਿਵੇਂ ਬਹੁਤ ਸਾਰੇ ਜਿਹੜੇ ਹਾਈਵੇ ਹੈਗੇ ਨੇ ਜਾਂ ਲਿੰਕ ਸੜਕਾਂ ਹੈ ਜਿੱਥੋਂ ਕਿ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਆਉਂਦੇ ਸੀਗੇ, ਉਹਨਾਂ ਦੇ ਰਾਹ ਰੋਕਣ ਲਈ ਜਿਹੜੇ ਹਰਿਆਣੇ 'ਚੋਂ ਜਾਂਦੇ ਨੇ ਜਾਂ ਪੰਜਾਬ 'ਚੋਂ ਜਾਂਦੇ ਹੋਰ ਰਸਤਿਆਂ ਰਾਹੀਂ ਜਾਂ ਇੱਕ ਧਰਨੇ 'ਚੋਂ ਦੂਸਰੇ ਧਰਨੇ ਤੱਕ ਮੂਵ ਹੁੰਦੇ ਆ ਕਿਸਾਨ, ਉੱਥੇ ਵੀ ਖੱਡੇ ਕਹਿੰਦੇ ਪੱਟ ਦਿੱਤੇ ਗਏ ਨੇ। ਇਵੇਂ ਫੋਰਸ ਦਾ ਘੇਰਾ ਜਿਹੜਾ ਉਹ ਵਧਾ ਦਿੱਤਾ ਗਿਆ ਹੈਗਾ ਕਿ ਦੇਖੋ ਜਿੰਨਾ ਵੀ ਸਰਕਾਰ ਦੇ ਪੱਖ ਵਾਲਾ ਮੀਡੀਆ ਹੈਗਾ, ਜਿੰਨਾ ਵੀ ਸਰਕਾਰ ਦੀ ਬੋਲੀ ਬੋਲਦਾ ਹੈ, ਉਹਨੂੰ ਕਾਊਂਟਰ ਕਰਨ ਦਾ ਇੱਕ ਤਰੀਕਾ ਇਹ ਸੀ ਕਿ ਸੋਸ਼ਲ ਮੀਡੀਆ, ਉਹਦੇ ਕੋਲੋਂ ਉਸ ਤੋਂ ਬਿਨਾਂ ਸਾਡੇ ਕੋਲੇ ਕੋਈ ਧਾਰ ਨਹੀਂ ਸੀ। ਤਾਂ ਕਿਸਾਨ ਧਿਰਾਂ ਨੇ ਜਾਂ ਕਿਸਾਨਾਂ ਨਾਲ ਜੁੜੇ ਜਿਹੜੇ ਹਮੈਤੀ ਲੋਕ ਹੈ, ਉਹਨਾਂ ਨੇ ਜਿੰਨਾ ਐਕਸਪੋਜ਼ ਸੋਸ਼ਲ ਮੀਡੀਆ ਰਾਹੀਂ ਸਰਕਾਰ ਨੂੰ ਕੀਤਾ ਹੈ ਜਾਂ ਉਹਨੂੰ ਨੰਗਾ ਕਰਕੇ ਰੱਖ ਦਿੱਤਾ ਇੱਕ ਤਰ੍ਹਾਂ, ਉਹ ਤੋਂ ਸਰਕਾਰ ਬੜੀ ਘਬਰਾਈ ਹੋਈ। ਉਹਨੂੰ ਲੱਗਦਾ ਕਿ ਸਾਡੀ ਬਾਜੀ ਸਾਨੂੰ ਹੀ ਪੁੱਠੀ ਜਿਹੜੀ ਪੈਣ ਲੱਗੀ, ਅਸੀਂ ਤਾਂ ਨੰਗੇ ਹੋਣ ਲੱਗੇ ਹਾਂ, ਸਾਡੇ ਬੰਦੇ ਨੰਗੇ ਹੋਣ ਲੱਗੇ। ਜਿਵੇਂ ਕੁਝ ਉਹਨਾਂ ਦੇ ਬੰਦਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਲੋਕਾਂ ਨੇ ਕੀਤੀਆਂ ਨੇ, ਅਤੇ ਉਹਨਾਂ ਨੂੰ ਜਿਹੜਾ ਕਿਸਾਨਾਂ 'ਤੇ ਪਾਉਣਾ ਚਾਹੁੰਦੇ ਸੀਗੇ ਉਹ ਕਿ ਕਿਸਾਨ ਅੱਤਵਾਦੀ ਨੇ, ਕਿਸਾਨ ਵੱਖਵਾਦੀ ਨੇ, ਇਹ ਧੱਕਾ ਕਰ ਰਹੇ ਨੇ, ਉਹ ਦਿਖਾਤਾ ਕਿਸਾਨਾਂ ਨੇ ਕਿ ਅਸੀਂ ਕਿਸਾਨ ਇੱਦਾਂ ਦੇ ਕਰਨ ਵਾਲੇ ਨੇ। ਨਾਲੇ ਕਿਹਾ ਜਾਂਦਾ ਜਿਹੜਾ ਕਿਸਾਨ ਹੈ ਉਹ ਕਦੇ ਹਿੰਸਕ ਨਹੀਂ ਹੋ ਸਕਦਾ, ਅਤੇ ਜਿਹੜਾ ਹਿੰਸਕ ਹੁੰਦਾ ਹੈ ਉਹ ਕਦੇ ਕਿਸਾਨ ਨਹੀਂ ਹੋ ਸਕਦਾ। ਬਿਲਕੁਲ। ਤਾਂ ਉਹਦਾ ਇੱਕ ਵੱਡਾ ਜ਼ਰੀਆ ਆਪਾਂ ਗੱਲ ਕਰਦੇ ਸੀ ਕਿ ਸੋਸ਼ਲ ਮੀਡੀਆ ਸੀ। ਤਾਂ ਸੋਸ਼ਲ ਮੀਡੀਆ ਨੂੰ ਜਾਮ ਕਰਨ ਦੇ ਲਈ ਇਹਨਾਂ ਨੇ ਕੀ ਕੀਤਾ, ਇੰਟਰਨੈਟ ਬੰਦ ਕਰ ਦਿੱਤਾ। ਇੱਕ ਪਿੱਛੇ ਆਪਾਂ ਦੇਖਿਆ ਕਿ ਜਦੋਂ ਇੱਕ ਟੈਲੀਕਾਮ ਕੰਪਨੀ ਦੇ ਟਾਵਰਾਂ ਨੂੰ ਛੇੜਛਾੜ ਕੀਤੀ ਗਈ ਸੀ, ਬੰਦ ਕੀਤੇ ਗਏ ਸੀ ਪੰਜਾਬ ਔਰ ਹਰਿਆਣਾ ਦੇ ਵਿੱਚ, ਤਾਂ ਉਦੋਂ ਤਰਕ ਦਿੱਤਾ ਗਿਆ ਸੀ ਕਿ ਇਹ ਟਾਵਰਾਂ ਨੂੰ ਤੁਸੀਂ ਬਹਾਲ ਕਰੋ, ਕਿਉਂਕਿ ਜਿਹੜੀ ਬੱਚਿਆਂ ਦੀ ਪੜ੍ਹਾਈ ਆ, ਆਨਲਾਈਨ ਪੜ੍ਹਾਈ ਚੱਲ ਰਹੀ ਆ, ਉਹ ਪ੍ਰਭਾਵਿਤ ਹੋ ਰਹੀ ਹੈ। ਹੁਣ ਤੁਸੀਂ ਵੀ ਖਬਰਾਂ ਕੀਤੀਆਂ ਨੇ ਕਿ ਹਰਿਆਣਾ ਦੇ 17 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇੰਟਰਨੈਟ ਸੇਵਾਵਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਹੈਗੀਆਂ ਨੇ। ਅਗਰ ਇਹ ਗੱਲ ਹੈ ਕਿ ਕੋਵਿਡ ਦਾ ਟਾਈਮ ਤੁਸੀਂ ਮੰਨਦੇ ਹੋ, ਤਾਂ ਇਹਦਾ ਮਤਲਬ ਕਿ 17 ਜ਼ਿਲ੍ਹਿਆਂ ਦੇ ਬੱਚਿਆਂ ਦੀ ਪੜ੍ਹਾਈ 'ਤੇ ਇੱਕ ਬਹੁਤ ਵੱਡਾ ਅਸਰ ਪੈ ਰਿਹਾ। ਤੁਸੀਂ ਨੁਕਸਾਨ ਪਹੁੰਚਾਉਣਾ ਚਾਹ ਰਹੇ ਹੋ ਕਿਸਾਨਾਂ ਨੂੰ। ਹੁਣ ਜਿਵੇਂ ਸਿੰਘੂ ਬਾਰਡਰ 'ਤੇ, ਟਿੱਕਰੀ ਬਾਰਡਰ 'ਤੇ ਹੈ, ਉੱਥੇ ਕੁਛ ਸਪੌਟ ਇਹੋ ਜਿਹੇ ਨੇ ਜਿੱਥੇ ਵਾਈਫਾਈ ਚੱਲਦੇ ਨੇ। ਅਗਰ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਏਗਾ, ਫਿਰ ਤਾਂ ਜਿਹੜੀ ਤੂਤੀ ਹੈ ਉਹ ਸਰਕਾਰ ਪੱਖੀ ਮੀਡੀਆ ਦੀ ਬੋਲੇਗੀ, ਇਹਦਾ ਕਿਸਾਨਾਂ ਨੂੰ ਵੱਡਾ ਨੁਕਸਾਨ ਵੀ ਹੋਏਗਾ। ਚਰਨਜੀਤ ਜੀ, ਕੇਂਦਰ ਸਰਕਾਰ ਦਾ ਬਜਟ ਸੈਸ਼ਨ ਜਿਹੜਾ ਹੈਗਾ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਅਤੇ ਉਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਹੈਗਾ 2 ਫਰਵਰੀ ਦੀ ਆਲ ਪਾਰਟੀ ਮੀਟਿੰਗ ਜਿਹੜੀ ਹੈਗੀ ਸੱਦੀ ਹੈ। ਇਸ ਨੂੰ ਤੁਸੀਂ ਕਿਵੇਂ ਦੇਖੋ ਬਜਟ ਸੈਸ਼ਨ ਹੈ ਜਿਹੜਾ ਉਹ ਕੱਲ੍ਹ ਹੋਣਾ ਹੈਗਾ, ਔਰ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰ ਹੋਏਗਾ ਕਿ ਇਸ ਕਿਸਮ ਦੇ ਮਾਹੌਲ ਦੇ ਵਿੱਚ ਦੌਰਾਨ ਹੈ ਜਿਹੜਾ ਉਹ ਬਜਟ ਸੈਸ਼ਨ ਸ਼ੁਰੂ ਹੋਏਗਾ। ਤਾਂ ਇਸੇ ਨੂੰ ਮੁੱਖ ਰੱਖਦੇ ਹੋਏ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਆਲ ਪਾਰਟੀ ਮੀਟਿੰਗ ਬੁਲਾਈ ਹੈ, ਔਰ ਉਹਦੇ ਵਿੱਚ ਜਿਵੇਂ ਪਹਿਲਾਂ ਰਾਸ਼ਟਰਪਤੀ ਦਾ ਭਾਸ਼ਣ ਵੀ ਹੋਇਆ, ਉਹਦਾ ਬਾਈਕਾਟ ਕੀਤਾ ਗਿਆ। ਜਿਹੜੀਆਂ 20 ਆਪੋਜੀਸ਼ਨ ਪਾਰਟੀਆਂ ਨੇ ਉਹ ਇਕਜੁੱਟ ਹੋਈਆਂ ਨੇ ਇਸ ਮਸਲੇ 'ਤੇ। ਕੱਲ੍ਹ ਵੀ ਜਿਹੜੀ ਉਹਨਾਂ ਨੇ ਮੀਟਿੰਗ ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਜਿਹੜੀਆਂ ਆਪੋਜੀਸ਼ਨ ਵਾਲੀਆਂ ਪਾਰਟੀਆਂ, ਤੁਸੀਂ ਵੀ ਕਿਸਾਨਾਂ ਨੂੰ ਪ੍ਰੇਰੋ ਕਿ ਉਹ ਗੱਲਬਾਤ ਦੇ ਰਾਹ 'ਤੇ ਜਾਂ ਗੱਲਬਾਤ ਦੀ ਟੇਬਲ 'ਤੇ ਮੁੜ ਬੈਠਣ। ਤਾਂ ਕੇਂਦਰ ਸਰਕਾਰ ਨੂੰ ਡਰ ਲੱਗਦਾ ਹੈ ਕਿ ਇਹ ਸੈਸ਼ਨ ਦੇ ਦੌਰਾਨ ਹੈ ਜਿਹੜਾ ਕੋਈ ਵੱਡੇ ਜਿਹੜੇ ਰੌਲੇ ਹੈ ਪੈਣਗੇ, ਉਹ ਹੋਰ ਐਕਸਪੋਜ਼ ਹੋਣਗੇ ਕਿ ਜਿਹੜੀਆਂ ਤਸਵੀਰਾਂ ਅੱਜ ਸੋਸ਼ਲ ਮੀਡੀਆ 'ਤੇ ਦਿਖਾਈਆਂ ਜਾ ਰਹੀਆਂ ਕੱਲ੍ਹ ਨੂੰ ਪਾਰਲੀਮੈਂਟ 'ਚ ਦਿਖਾਈਆਂ ਜਾਣਗੀਆਂ, ਇਸ ਕਿਸਮ ਦੇ ਵਿਘਨ ਪੈ ਸਕਦੇ ਨੇ। ਤਾਂ ਇਸ ਨੂੰ ਮੁੱਖ ਰੱਖਦੇ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਜਿਹੜਾ ਸਹਿਯੋਗ ਕੀਤਾ ਜਾਵੇ, ਜਾਂ ਪ੍ਰਧਾਨ ਮੰਤਰੀ ਨੇ ਕਿਹਾ, ਕਿਸਾਨਾਂ ਨੂੰ ਸੰਬੋਧਨ ਹੋ ਕੇ ਕਿਹਾ ਕਿ ਤੁਸੀਂ ਗੱਲਬਾਤ ਦੀ ਟੇਬਲ 'ਤੇ ਆਓ, ਤੋਮਰ ਸਾਹਿਬ ਤੁਹਾਡੇ ਲਈ ਅਵੇਲੇਬਲ ਹੋਣਗੇ ਹਮੇਸ਼ਾ ਹੀ। ਤਾਂ ਦੂਸਰੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਲ ਪਾਰਟੀ ਮੀਟਿੰਗ ਹੈ ਜਿਹੜੀ ਉਹ 2 ਫਰਵਰੀ ਨੂੰ ਬੁਲਾਈ ਹੈ। ਇਸ ਤੋਂ ਪਹਿਲਾਂ ਵੀ ਇੱਕ ਮੀਟਿੰਗ ਬੁਲਾਈ ਸੀਗੀ। ਹੁਣ ਜਿਹੜੀ ਮੀਟਿੰਗ ਬੁਲਾਈ ਹੈ ਉਹਦੇ ਵਿੱਚ ਮੁੱਖ ਮਨੋਰਥ ਹੈ ਜਿਹੜਾ ਪੰਜਾਬ ਸਰਕਾਰ ਦਾ ਇਹੀ ਹੈ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਆਪਾਂ ਧਿਰਾਂ ਨੇ, ਆਪਣੇ ਜਿਹੜੇ ਸਿਆਸੀ ਮਫਾਦਾਂ ਤੋਂ ਉੱਪਰ ਉੱਠ ਕੇ, ਨਿਰਪੱਖ ਹੋ ਕੇ, ਆਪਾਂ ਸਾਰੇ ਇਕਜੁੱਟ ਹੋ ਕੇ ਕਿਸਾਨਾਂ ਦੀ ਪਿੱਠ 'ਤੇ ਡਟੀਏ, ਉਹਨਾਂ ਨੂੰ ਸਪੋਰਟ ਕਰੀਏ। ਨਾਲੇ ਕੈਪਟਨ ਅਮਰਿੰਦਰ ਸਿੰਘ ਤਾਂ ਕਾਫੀ ਦੇਰ ਤੋਂ ਕੇਂਦਰ ਸਰਕਾਰ ਨੂੰ ਚੌਕਸ ਵੀ ਕਰਦੇ ਆ ਰਹੇ ਨੇ ਕਿ ਜੀ ਸਾਡਾ ਬਾਰਡਰ ਸਟੇਟ ਹੈ, ਕਿ ਇਸ ਨੂੰ ਇੰਨਾ ਲਾਈਟਲੀ ਨਾ ਲਿਆ ਜਾਵੇ, ਅਤੇ ਸਥਿਤੀ ਹੈ ਜਿਹੜੀ ਕਿਤੇ ਜ਼ਿਆਦਾ ਗੰਭੀਰ ਵੀ ਹੋ ਸਕਦੀ ਹੈ, ਕਿਉਂਕਿ ਸਾਡੇ 20% ਹੈ ਜਿਹੜੀਆਂ ਸਾਡੀਆਂ ਆਰਮੀ ਹੈ, ਉਹਦੇ 20% ਜਿਹੜੀ ਨਫਰੀ ਹੈ ਉਹ ਸਾਡੀ ਪੰਜਾਬੀ ਮੁੰਡਿਆਂ ਦੀ ਹੈ, ਅਤੇ ਸਾਡਾ ਬਾਰਡਰ ਸਟੇਟ ਨੂੰ ਕਿ ਪਾਕਿਸਤਾਨ ਵੀ ਹਮੇਸ਼ਾ ਇਸ ਤਾਕ ਦੇ ਵਿੱਚ ਲੱਗਿਆ ਰਹਿੰਦਾ ਹੈ। ਤਾਂ ਉਹਨਾਂ ਨੇ ਵੀ ਅਪੀਲ ਕੀਤੀ ਹੈਗੀ ਹੈ ਕਿ ਇਸ ਨੂੰ ਸੰਜੀਦਗੀ ਨਾਲ ਲਿਆ ਜਾਵੇ। ਇਹ ਗੱਲ ਵੀ ਹੈ ਜਿਹੜੀ ਇਗਨੋਰ ਕਰਨ ਵਾਲੀ ਨਹੀਂ। ਚਰਨਜੀਤ ਜੀ, ਕਿਸਾਨੀ ਘੋਲ ਨੂੰ ਜਿਹੜਾ ਹੈਗਾ ਅੱਜ ਲਗਭਗ 2 ਮਹੀਨਿਆਂ ਤੋਂ ਵੱਧ ਦਾ ਸਮਾਂ ਜਿਹੜਾ ਬੀਤ ਚੁੱਕਿਆ ਹੈ, ਅਤੇ ਪਹਿਲੇ ਦਿਨ ਤੋਂ ਵੱਡੀ ਗਿਣਤੀ 'ਚ ਲੋਕ ਦਿੱਲੀ ਬਾਰਡਰ 'ਤੇ ਸ਼ਮੂਲੀਅਤ ਕਰ ਰਹੇ ਸੀਗੇ ਇਸ ਸੰਘਰਸ਼ 'ਚ। ਪਰ ਜਿਹੜੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਘਟਨਾ ਵਾਪਰੀ ਹੈ, ਉਸ ਦਿਨ ਤੋਂ ਬਾਅਦ ਇੱਕ ਨਵੇਂ ਉਤਸ਼ਾਹ ਨਾਲ ਜਿਹੜਾ ਹੈਗਾ ਲੋਕ ਉੱਥੇ ਪਹੁੰਚ ਰਹੇ ਨੇ, ਅਤੇ ਉਹ ਕਹਿ ਰਹੇ ਨੇ ਵੀ ਕਿ ਅਸੀਂ ਜਦੋਂ ਤੱਕ ਇਹ ਸੰਘਰਸ਼ ਚੱਲੇਗਾ ਉੱਥੇ ਡਟੇ ਰਵਾਂਗੇ। ਇਹ ਦੋਨੋਂ ਇਕੱਠਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਫਰਕ ਦੇਖਦੇ ਹੋ?
ਅਸਲ 'ਚ ਆਤਿਸ਼ ਜਿਹੜਾ ਆਪਾਂ ਕਹਿ ਲਈਏ ਵੀ ਕਿਸਾਨ ਅੰਦੋਲਨ ਹੈ, ਜੀ ਉਹ ਸਹੀ ਰੂਪ 'ਚ ਤਾਂ ਹੁਣੇ ਸ਼ੁਰੂ ਹੋਇਆ ਹੈ। ਜੀ ਪਹਿਲਾਂ 'ਚ ਤਾਂ ਜਿਹੜੇ ਆਮ ਲੋਕ ਵੀ ਜਾਂਦੇ ਸੀ, ਔਰ 26 ਜਨਵਰੀ ਤੋਂ ਪਹਿਲਾਂ ਵਾਲੇ ਇਕੱਠ ਤੇ ਜਿਹੜੇ ਹੁਣ ਇਕੱਠ ਹੋਣਗੇ, ਇਹਨਾਂ 'ਚ ਇੱਕ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਜਿਵੇਂ ਅਸੀਂ ਪੇਂਡੂ ਭਾਸ਼ਾ 'ਚ ਕਹਿ ਦਿੰਦੇ ਹਾਂ ਨਾ ਕਿ ਇੱਕ ਤਾਂ ਮਖਿਆਲ ਹੁੰਦਾ ਹੈ, ਇੱਕ ਡੂਮਣਾ ਹੁੰਦਾ ਹੈ, ਤਾਂ ਜਿਹੜਾ ਹੁਣ ਵਾਲਾ ਇਕੱਠ ਹੈ ਡੂਮਣੇ ਵਰਗਾ ਹੋਏਗਾ, ਕਿਉਂਕਿ ਹੁਣ ਲੋਕ ਮੈਂਟਲੀ ਪ੍ਰਪੇਅਰ ਹੋ ਕੇ ਜਾਣਗੇ। ਇਹ ਤਾਂ ਸ਼ੁਕਰ ਕਰੋ ਕਿ ਰਕੇਸ਼ ਟਕੈਤ ਹੋਰਾਂ ਦੀ ਜਿਹੜੀ ਉਦੋਂ ਦੀ ਭਾਵਕ ਅਪੀਲ ਹੈ, ਉਹਨੇ ਪੰਜਾਬ ਨੂੰ, ਹਰਿਆਣਾ ਨੂੰ, ਯੂਪੀ ਨੂੰ ਜਾਂ ਰਾਜਸਥਾਨ ਨੂੰ ਰਾਤੋਂ ਰਾਤ ਖੜਾ ਕਰ ਦਿੱਤਾ ਹੈਗਾ। ਤਾਂ ਇਹਨਾਂ ਦੀ ਜਿਹੜੀ ਬੰਨਗੀ 'ਚ ਫਰਕ ਹੈ ਜਿਹੜਾ ਉਹ ਬਹੁਤ ਹੋਏਗਾ। ਇਹਨਾਂ ਦੀ ਤਸਵੀਰ ਹੈ ਜਿਹੜੀ ਵੱਖੋ ਵੱਖਰੀ ਹੋਏਗੀ, ਕਿਉਂਕਿ ਪਹਿਲਾਂ ਤਾਂ ਜਿਹੜੇ ਬਹੁਤ ਸਾਰੀ ਚਾਂਭ ਵੀ ਸੀ, ਬਹੁਤ ਸਾਰੇ ਲੋਕ ਹੈ ਉਹਨੂੰ ਦੇਖਣ ਦੇ ਐਂਗਲ ਤੋਂ ਜਾ ਰਹੇ ਸੀਗੇ। ਤਾਈਓ ਸੀ ਕਿ ਜਦੋਂ ਥੋੜ੍ਹਾ ਜਿਹਾ ਹਿੰਸਾ ਹੋਈ ਦਿੱਲੀ ਦੇ ਵਿੱਚ, ਬਹੁਤ ਸਾਰੇ ਲੋਕ ਹੈ ਜਿਹੜੇ ਵਾਪਸ ਵੀ ਆ ਗਏ। ਕੁਛ ਤਾਂ ਉਹ ਲੋਕ ਵਾਪਸ ਆਏ ਜਿਹੜੇ ਉਸ ਦਿਨ ਵਾਸਤੇ ਹੀ ਗਏ ਸੀ, ਜਿਹੜੇ ਵੀ ਉਹ ਵੈਸੇ ਵੀ ਉੱਥੇ ਬੈਠੇ ਸੀ ਉਹ ਵੀ ਵਾਪਸ ਆ ਗਏ ਸੀ, ਕਿਉਂਕਿ ਨੈਚੁਰਲੀ ਹੈ ਜਦੋਂ ਕੋਈ ਇਸ ਕਿਸਮ ਦੀ ਕੋਈ ਹਿੰਸਾ ਹੁੰਦੀ ਹੈ ਤਾਂ ਪੰਜਾਬ 'ਚ ਬੈਠੇ ਜਿਹੜੇ ਪਰਿਵਾਰ ਹੈ ਉਹ ਆਪਣੇ ਬੱਚਿਆਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ। 2-3 ਦਿਨ ਇੱਦਾਂ ਦਾ ਚੱਲਿਆ, ਕੋਈ ਵੱਡੀ ਪੱਧਰ 'ਤੇ ਨਹੀਂ, ਪਰ ਫਿਰ ਵੀ ਉਸ 'ਤੇ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ। ਪਰ ਹੁਣ ਜਦੋਂ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਉਹ ਮਤੇ ਪਾਸ ਕਰ ਰਹੀਆਂ ਨੇ ਕਿ ਸਾਨੂੰ ਵੱਧ ਤੋਂ ਵੱਧ ਹੈ ਜਿਹੜਾ ਉੱਥੇ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਤਾਂ ਪੰਜਾਬ 'ਚ ਜਿਹੜਾ ਹੁਣ ਇਕੱਠ ਜਾ ਰਿਹਾ ਹੈ ਉਹਦੀ ਤਸਵੀਰ ਹੈ ਜਿਹੜੀ ਵੱਖਰੀ ਹੋਏਗੀ। ਉਹ ਹੋਏਗਾ ਜਿਹੜਾ ਹਰ ਤਰ੍ਹਾਂ ਮੈਂਟਲੀ ਪ੍ਰਪੇਅਰ ਹੋਏਗਾ ਕਿ ਸਾਨੂੰ ਕਿਸੇ ਕਿਸਮ ਦੀ ਵੀ ਲੜਾਈ ਹੈ ਉੱਥੇ ਭਾਰਤ ਸਰਕਾਰ ਨਾਲ ਲੜਨੀ ਪੈ ਸਕਦੀ ਹੈ। ਇਹ ਜਿਹੜਾ ਅੰਦੋਲਨ ਹੈ ਉਹ ਲੰਬਾ ਜਾ ਸਕਦਾ ਹੈਗਾ। ਤਾਂ ਇਹ ਸਾਨੂੰ ਪੰਜਾਬ ਨੂੰ ਵੀ ਉਚੇਚੇ ਤੌਰ 'ਤੇ, ਹਾਲਾਂਕਿ ਇਹ ਜਿਹੜੀ ਖੇਤੀ ਕਾਨੂੰਨਾਂ ਦੇ ਖਿਲਾਫ ਜੰਗ ਹੈ ਜਿਹੜੀ ਇਹਦੀ ਸ਼ੁਰੂਆਤ ਹੈ, ਜਿਹੜੀ ਉਹਦਾ ਮੋਹਰੀ ਹੈ, ਜਿਹੜਾ ਇੰਜਣ ਹੈ ਉਹ ਪੰਜਾਬ ਬਣਿਆ। ਪਰ ਜਦੋਂ ਅੰਦੋਲਨ ਹੁਣ ਲੀਹੋ ਲੈ ਗਿਆ ਸੀ, ਇਸ ਨੂੰ ਮੁੜ ਕੇ ਜਿਹੜਾ ਬੂਸਟ ਦਿੱਤਾ ਹੈਗਾ, ਇਹਨੂੰ ਪੀਕ ਤੇ ਲੈ ਕੇ ਗਏ, ਖੜਾ ਕੀਤਾ ਅੰਦੋਲਨ ਨੂੰ, ਉਹਦੇ ਪਿੱਛੇ ਰਕੇਸ਼ ਟਕੈਤ ਦੇ ਜਿਹੜੇ ਹੰਝੂ ਸੀ ਦੋ, ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦੀ ਜਾਨ ਪਾ ਦਿੱਤੀ। ਕਈ ਵਾਰੀ ਆਤਿਸ਼ ਹੁੰਦਾ ਕਿ ਇੱਕ ਛੋਟੀ ਜੀ ਗੱਲ ਹੈ ਸਾਨੂੰ ਵੱਡੇ ਸਬਕ ਦੇ ਦਿੰਦੀ ਹੈ, ਵੱਡੇ ਮੋੜੇ ਦੇ ਦਿੰਦੀ ਹੈ। ਇੱਕ ਅਰਬ ਮੁਲਕ ਹੈ ਟਿਊਨੇਸ਼ੀਆ, ਉੱਥੋਂ ਦਾ ਇੱਕ ਮੁਹੰਮਦ ਬੁਆਜੀਜ਼ੀ ਨੌਜਵਾਨ ਸੀ, ਉਹ ਫਲਾਂ ਦੀ ਰੇਹੜੀ ਲਾਉਂਦਾ ਸੀਗਾ। ਇਹ ਘਟਨਾ ਦਰਜ ਹੈਗੀ ਹੈ, 8-9 ਸਾਲ ਪਹਿਲਾਂ ਦੀ ਗੱਲ ਹੈਗੀ ਹੈ, ਉਹ 10 ਸਾਲ ਹੋ ਗਏ ਉਹਨੂੰ। ਤਾਂ ਉਹ ਉੱਥੋਂ ਦੀ ਜਿਹੜੀ ਉੱਥੇ ਵੱਡੀ ਖੋਰੀ ਬਹੁਤ ਚੱਲਦੀ, ਰਿਸ਼ਵਤ ਬਹੁਤ ਸੀਗੀ। ਉੱਥੋਂ ਦੀ ਪੁਲਿਸ ਕੀ ਸੀ ਕਿ ਜਿਹੜੇ ਛੋਟੇ ਛੋਟੇ ਲੋਕ ਆ, ਰੇਹੜੀਆਂ ਵਾਲੇ ਆ, ਉਹਨਾਂ ਦਾ ਸਾਰਾ ਸਮਾਨ ਲੁੱਟ ਲੈਂਦੀ ਸੀ। ਤਾਂ ਬੁਆਜੀਜ਼ੀ ਦੀ ਵੀ ਰੇਹੜੀ ਦੇ ਉੱਪਰੋਂ ਜਿਹੜੇ ਫਲ ਹੈ, ਕੇਲੇ, ਸੰਤਰੇ, ਸਾਰਾ ਕੁਛ ਲੁੱਟ ਲਏ ਤੇ ਉਸ ਤੋਂ ਤੱਕੜੀ ਵੀ ਖੋਣ ਲੱਗੇ ਤੇ ਉਸਨੇ ਤੱਕੜੀ ਦੇਣ ਤੋਂ ਨਾ ਕਰ ਦਿੱਤੀ। ਤਾਂ ਉੱਥੋਂ ਦੀ ਇੱਕ ਪੁਲਿਸ ਵਾਲੇ ਨੇ ਉਹਦੇ ਜ਼ੋਰ ਦੀ ਥੱਪੜ ਮਾਰਿਆ। ਉਸ ਤੋਂ ਬਾਅਦ ਉਹ ਨਿਆਂ ਲੈਣ ਲਈ ਕੋਰਟ ਕਚਹਿਰੀ ਗਿਆ। ਜਦੋਂ ਬਾਜੀਜ਼ੀ ਨੂੰ ਕਿਤੋਂ ਨਿਆਂ ਨਾ ਮਿਲਿਆ ਤਾਂ ਉਸਨੇ ਜਿਹੜਾ ਹੈ ਆਤਮਦਾਹ ਕਰ ਲਿਆ। ਤਾਂ ਉਸ ਦੇਖੋ ਵੀ ਆਤਮਦਾਹ ਤੋਂ ਬਾਅਦ ਏਡੀ ਵੱਡੀ ਲਹਿਰ ਖੜੀ ਹੋ ਗਈ। ਉਹ ਇਸ ਇੱਕ ਥੱਪੜ ਦੀ ਗੂੰਜ ਹੈ ਜਿਹੜੀ ਪੂਰੇ ਅਰਬ ਮੁਲਕਾਂ ਦੇ ਵਿੱਚ ਪਈ। ਉੱਥੋਂ ਦਾ ਜਿਹੜਾ ਬੇਨ ਅਲੀ ਤਾਨਾਸ਼ਾਹ ਸੀ, ਅਲਟੀਮੇਟਲੀ ਉਸ ਨੂੰ ਆਪਣੀ ਜਿਹੜੀ ਸੱਤਾ ਛੱਡਣੀ ਪਈ, ਉਹਨੂੰ ਜਲਾਵਤਨ ਹੋਣਾ ਪਿਆ। ਮਿਸਰ ਦੀ ਘਟਨਾ ਸਾਡੇ ਕੋਲ ਹੈ, ਉੱਥੇ ਵੀ ਇਸ ਤਰ੍ਹਾਂ ਇੱਕ ਨੌਜਵਾਨ ਹੈ ਜਿਹੜਾ ਪੁਲਿਸ ਹਿਰਾਸਤ ਦੇ ਵਿੱਚ ਮਰ ਗਿਆ ਸੀ। ਉਸਨੇ ਉੱਥੋਂ ਦੇ ਅੰਦੋਲਨ ਵੱਡਾ ਖੜਾ ਕਰ ਦਿੱਤਾ ਸੀ। ਉੱਥੋਂ ਦਾ ਵੀ ਜਿਹੜਾ ਹੁਸਨੀ ਮੁਬਾਰਕ ਸੀ, ਉਸ ਨੂੰ ਵੀ ਆਪਣੀ ਲੰਬੇ ਟਾਈਮ ਦੀ ਜਿਹੜੀ ਤਖਤ 'ਤੇ ਬੈਠਾ ਸੀ ਉਹਨੂੰ ਖਾਲੀ ਕਰਨਾ ਪਿਆ। ਇਸ ਤਰ੍ਹਾਂ ਕਈ ਵਾਰੀ ਕੀ ਹੁੰਦਾ ਕਿ ਛੋਟੀਆਂ ਛੋਟੀਆਂ ਗੱਲਾਂ ਨੇ ਨਾ ਜਿਹੜੀਆਂ, ਉਹ ਬੜੇ ਬੜੇ ਅੰਦੋਲਨਾਂ ਦੇ ਵਿੱਚ ਇੱਕ ਰੂਹ ਫੂਕ ਦਿੰਦੀਆਂ ਨੇ। ਤਾਂ ਜਿਹੜੇ ਲੋਕ ਤਾਂ ਲੋਕਾਂ ਦੇ ਨਾਲ ਖੜ੍ਹਦੇ ਨੇ, ਇਤਿਹਾਸ 'ਚ ਉਹਨਾਂ ਦਾ ਨਾਂ ਦਰਜ ਹੁੰਦਾ ਹੈ। ਜਿਹੜੇ ਲੋਕਾਂ ਦੇ ਅੰਦੋਲਨਾਂ ਦੇ ਖਿਲਾਫ ਚੱਲਦੇ ਨੇ, ਸ਼ਾਸਨਾਂ ਰਚਦੇ ਨੇ, ਉਹਨਾਂ ਦਾ ਕਿਤੇ ਨਾਂ ਥੇ ਨਹੀਂ ਹੁੰਦਾ। ਜਿਸ ਤਰ੍ਹਾਂ ਆਪਾਂ ਚਿੜੀ ਵਾਲੀ ਕਹਾਣੀ ਦੀ ਅਕਸਰ ਐਗਜ਼ਾਮਪਲ ਦਿੰਦੇ ਹਾਂ ਕਿ ਜੰਗਲ ਨੂੰ ਅੱਗ ਲੱਗੀ, ਸਾਰੇ ਜਾਨਵਰ ਬੁਝਾਉਣ ਲੱਗੇ, ਇੱਕ ਚਿੜੀ ਸੀ ਚੁੰਝ ਨਾਲ ਪਾਣੀ ਭਰ ਕੇ ਪਾਉਂਦੀ ਸੀ, ਜਾਨਵਰ ਹੰਭ ਗਏ ਅਤੇ ਉਹ ਵਾਪਸ ਜਾਣ ਲੱਗੇ, ਚਿੜੀ 'ਤੇ ਹੱਸਣ ਲੱਗੇ। ਅਤੇ ਚਿੜੀ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਇਤਿਹਾਸ ਲਿਖਿਆ ਜਾਊਗਾ ਤਾਂ ਜਿਹੜਾ ਮੇਰਾ ਨਾਮ ਹੈ ਉਹਨਾਂ ਲੋਕਾਂ 'ਚ ਦਰਜ ਹੋਊਗਾ ਜਿਹੜੇ ਅੱਗ ਬੁਝਾਉਣ ਵਾਲੇ ਨੇ। ਸੋ ਇਹ ਇੱਕ ਇਤਿਹਾਸ ਦਾ ਇਹ ਅੰਦੋਲਨ ਹੈ ਜਿਹੜਾ ਸਾਡਾ ਕਿਸਾਨ ਅੰਦੋਲਨ, ਉਹ ਇਸ ਗੱਲ ਦਾ ਵੀ ਜਿਹੜਾ ਨਿਪਟਾਰਾ ਕਰੇਗਾ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਅਸੀਂ ਇੱਕ ਚੀਜ਼ ਹੋਰ ਜਾਣਨੀ ਚਾਹਾਂਗੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ, ਉਹ ਅਗਲੀ ਰਣਨੀਤੀ ਕੀ ਤਿਆਰ ਕਰ ਰਹੀਆਂ ਨੇ? ਅੱਜ ਦੀ ਮੀਟਿੰਗ 'ਚ ਉਹਨਾਂ ਨੇ ਕੀ ਫੈਸਲੇ ਲਏ ਨੇ? ਅੱਜ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ, ਇਸ ਵੇਲੇ ਵੀ ਮੀਟਿੰਗ ਚੱਲ ਰਹੀ ਹੈ, ਉਹ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਨਹੀਂ ਹੈਗੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨੇ ਜਿਹੜੀ ਅਪੀਲ ਕੀਤੀ ਹੈ ਉਸ 'ਤੇ ਰਿਐਕਸ਼ਨ ਦੇਣਾ ਕਿਸਾਨ ਧਿਰਾਂ ਨੇ। ਤਾਂ ਦਰਸ਼ਨਪਾਲ ਹੋਰਾਂ ਨੇ ਵੀ ਕਿਹਾ ਸੀ ਕਿ ਅਸੀਂ ਜ਼ਰੂਰ ਇਸ ਨੂੰ ਮੀਟਿੰਗ ਦੇ ਵਿੱਚ ਵਿਚਾਰਾਂਗੇ। ਜਿਹੜੀਆਂ 32 ਕਿਸਾਨ ਧਿਰਾਂ ਪੰਜਾਬ ਨਾਲ ਸੰਬੰਧਿਤ ਹੈਗੀਆਂ ਨੇ, ਉਹਨਾਂ ਦੀ ਮੀਟਿੰਗ ਇਸ ਵੇਲੇ ਚੱਲ ਰਹੀ ਹੈ। ਉਸ ਦੇ ਵਿੱਚ ਇਹ ਮਾਮਲਾ ਡਿਸਕਸ਼ਨ ਦੇ ਵਿੱਚ ਲੈ ਕੇ ਆਏ ਨੇ ਕਿਸਾਨ ਆਗੂ ਆ। ਤਾਂ ਮੈਨੂੰ ਲੱਗਦਾ ਕਿ ਹਜੇ ਕਾਹਲੀ ਦੇ ਵਿੱਚ ਕੁਛ ਨਹੀਂ ਹੋਏਗਾ। ਇੱਕ ਤਾਂ ਇਹ ਕਿ ਅੰਦੋਲਨ ਬੜਾ ਸੰਕਟ ਦੇ ਵਿੱਚੋਂ ਪਿਛਲੇ ਦਿਨਾਂ 'ਚੋਂ ਲੰਘਿਆ ਹੈਗਾ, ਅਤੇ ਕਿਸਾਨ ਧਿਰਾਂ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਪਹਿਲਾਂ ਪੈਰਾਂ ਸਿਰ ਹੋ ਜਾਈਏ, ਆਪਣੇ ਜਿਹੜੇ ਪੈਰ ਹੈ ਪੂਰੀ ਤਰ੍ਹਾਂ ਜਮਾ ਲਈਏ,
ਹੋ ਸਕਦਾ ਉਹ ਇਹ ਵੀ ਦੇਖ ਰਹੇ ਨੇ ਕਿ ਹੋ ਸਕਦਾ ਪ੍ਰਧਾਨ ਮੰਤਰੀ ਇਹ ਸਮਝਦੇ ਹੋਣ ਕਿ ਇੱਕ ਭੈ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ। ਇਸ ਡਰ ਦੇ ਮਾਹੌਲ ਦੇ ਵਿੱਚ ਕਿਸਾਨ ਹੈ ਜਿਹੜੇ ਡਰ ਕੇ ਜਲਦੀ ਟੇਬਲ ਟਾਕ ਕਰਨਗੇ ਤੇ ਅਮੈਂਡਮੈਂਟਸ ਦੇ ਉੱਪਰ ਮੰਨ ਜਾਣਗੇ। ਤਾਂ ਇਹਦੇ ਲਈ ਜਿੱਥੇ ਕਿਸਾਨ ਪੱਕੇ ਪੈਰੀਂ ਹੋ ਰਹੇ ਹੈ, ਦੂਸਰੀ ਤਰਫ ਸੈਂਟਰ ਨੂੰ ਵੀ ਚਾਹੀਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇੱਕ ਮਾਹੌਲ ਸਿਰਜੇ ਕਿ ਜਿਹੜੇ ਪਰਚੇ ਨੌਜਵਾਨਾਂ ਨੂੰ ਅੰਦਰ ਦੇਣਾ ਉਹ ਬੰਦ ਕਰੇ, ਪੱਤਰਕਾਰਾਂ ਨੂੰ ਫੜਨਾ ਬੰਦ ਕਰੇ, ਹੋਰ ਪਰਚੇ ਦਿੱਤੇ ਜਾ ਰਹੇ ਆ, ਡਰ ਖੜੇ ਕੀਤੇ ਜਾ ਰਹੇ ਆ ਜਾਂ ਹੁੱਲੜਬਾਜ਼ ਭੇਜੇ ਜਾ ਰਹੇ ਆ। ਇਹ ਸਾਰੀਆਂ ਕਾਰਵਾਈਆਂ ਬੰਦ ਕਰਨੀਆਂ ਪੈਣਗੀਆਂ। ਸੈਂਟਰ ਨੂੰ ਇੱਕ ਮਾਹੌਲ ਸਿਰਜਣਾ ਪਏਗਾ। ਉਸ ਤੋਂ ਬਾਅਦ ਕਿਸਾਨ ਹੈ ਜਿਹੜਾ ਆਪਣਾ ਰਿਐਕਸ਼ਨ ਦੇਣਗੇ, ਤਾਂ ਹੀ ਜਿਹੜੀ ਗੱਲਬਾਤ ਹੈ ਉਹ ਅੱਗੇ ਵਧੇਗੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।